गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी ने एक पत्र किसी जग्यासू ਨੂੰ ਲਿਖਿਆ, ਜਿਸ ਵਿੱਚ ਬਹੁਤ ਭੇਦ ਦੀ ਗੱਲ ਬੜੀ ਖੋਲ ਕੇ ਦਰਸਾਈ ਹੈ ਕਿ ਆਮ ਤੌਰ ਤੇ ਅਸੀਂ ਕੋਈ ਵੀ ਕਰਮ ਕਿਰਿਆ ਕਰਦੇ ਹਾਂ, ਉਹਨਾਂ ਨਾਲ ਆਪਣੀ ਕਲਿਆਣ ਸਮਝਦੇ ਹਾਂ, ਪਰ ਸਾਡੇ ਚੰਗੇ ਤੋਂ ਚੰਗੇ ਸਾਧਨ ਵੀ ਮੁਰਦਾ ਸਾਧਨ ਹਨ। ਫਿਰ ਕਲਿਆਣ ਕਿੱਥੇ ਹੈ? आओ प्यार नाल सरवण करन दी कोशिश करिए जी। एक ओंकार श्री वाहिगुरु जी की फतेह। 24 जुलाई 1912 पवित्र आत्मा जी। साधन ते तरीके साईं मिलन दे ना मैं जानदा हां ते जो सुनदा हां उन्हां नूं मुर्दा प्रयतन समझदा हां। ਉਹ ਬੰਦੇ ਨੂੰ ਜਿਵਾਲ ਨਹੀਂ ਸਕਦਾ, ਪਰ ਇਹ ਸਭ ਕੁਝ ਵੀ ਮੁਰਦਾਪਨੇ ਦੇ ਦਰਜੇ ਹਨ। ਜੀਓ ਪੈਣਾ ਅਰਥਾਤ ਆਤਮ ਜੀਵਨ ਦਾ ਪੈਦਾ ਹੋਣਾ, ਇਹ ਸਾਧਨਾ ਦੇ ਵਸ ਨਹੀਂ। ਕਦੇ ਮਿੱਟੀ ਦੇ ਕਿਣਕਿਆਂ ਨੂੰ ਖਿੱਚੇ, ਉਹਨਾਂ ਨੂੰ ਆਪਣੇ ਵਿੱਚ ਖਿੱਚ ਕੇ ਆਪਣੇ ਵਰਗਾ ਜਿਉਂਦਾ ਕਰ ਸਕਦਾ ਹੈ? ਗੱਲ ਤਾਂ ਕਠਿਨ ਹੈ, ਪਰ ਖਿਆਲ ਦੇ ਕੇ ਸਮਝਣੀ। ਤੁਸੀਂ ਤਰਬਕਣਾ ਨਾ ਕਿ ਨੇਕੀ ਤੇ ਧਰਮ ਨੂੰ ਮੈਂ ਮੁਰਦਾ ਸਾਧਨ ਸਮਝਦਾ ਹਾਂ। ਜੋ ਆਖਦਾ ਹਾਂ ਇਸ ਦਾ ਇਹ ਅਰਥ ਨਹੀਂ ਕਿ ਨੇਕੀ ਤੇ ਧਰਮ ਨੂੰ ਮੈਂ ਚੰਗਾ ਨਹੀਂ ਜਾਣਦਾ ਤੇ ਧਰਮ ਤੇ ਸ਼ੁੱਧ ਆਚਰਣ ਨੂੰ ਮੈਂ ਪਸੰਦ ਨਹੀਂ ਕਰਦਾ। ਸ਼ਾਇਦ ਕਥਨ ਨਹੀਂ ਕਰ ਸਕਦਾ। ਮੇਰਾ ਮਤਲਬ ਇਹ ਹੈ ਕਿ ਸਾਡੇ ਨੇਮ, ਧਰਮ, ਨੇਕੀਆਂ, ਆਚਰਣ, ਪਾਠ ਉੱਚੇ ਤੋਂ ਉੱਚੇ ਸੁੰਦਰ ਮੰਦਰ ਹਨ। ਇਹ ਹੀਰੇ ਤੇ ਲਾਲ ਹਨ, ਪਰ ਜਿਹਾ ਕਿ ਮੈਂ ਪ੍ਰੀਤਮ ਜੀ ਵਿੱਚ ਦੱਸਿਆ ਹੈ, ਪ੍ਰੀਤਮ ਜੀ ਭਾਈ ਸਾਹਿਬ ਜੀ ਦੀ ਇੱਕ ਲਿਖਤ ਹੈ ਕਲਗੀਧਰ ਚਮਤਕਾਰ ਵਿੱਚ, ਪਰ ਜਿਹਾ ਕਿ ਮੈਂ ਪ੍ਰੀਤਮ ਜੀ ਵਿੱਚ ਦੱਸਿਆ ਹੈ, ਇਹ ਜਿਉਂਦੇ ਨਹੀਂ ਹਨ। ਇਹ ਧਰਤੀ ਤੇ ਉੱਗੀ ਬੂਟੀ ਇੱਕ ਰਿੜਦੀ ਕੀੜੀ ਨਾਲੋਂ ਅਮੋਲਕ ਨਹੀਂ ਹਨ, ਕਿਉਂਕਿ ਇਹ ਦੋਨੋਂ ਜਿਉਂਦੀਆਂ ਹਨ। ਹੀਰਾ ਮੁਰਦਾ ਸ਼ੈ ਹੈ, ਅਰ ਘਾਹ ਦਾ ਤੀਲਾ ਤੇ ਕੀੜੀ ਹੀਰੇ ਨਾਲੋਂ ਅਮੋਲਕ ਹਨ, ਕਿਉਂਕਿ ਉਹ ਜਿਉਂਦੀਆਂ ਵਸਤਾਂ ਹਨ। ਇਸੇ ਤਰ੍ਹਾਂ ਸਾਡੀ ਨੇਕੀ, ਸਾਡੇ ਸਾਧਨਾ ਨਾਲ ਪੈਦਾ ਕੀਤੇ ਕਰਮ, ਧਰਮ ਤੇ ਨੇਮ, ਜਪ, ਆਚਰਨ ਆਦਿ ਹੀਰਿਆਂ ਵਰਗੇ ਅਮੋਲਕ ਹਨ ਅਰ ਮੁਰਦਾ ਹਨ। ਰੂਹਾਨੀ ਜ਼ਿੰਦਗੀ ਕਿਣਕੇ ਜਿੰਨੀ ਵੀ ਇੱਕ ਜਿਉਂਦੀ ਤਾਕਤ ਹੈ। ਇਸ ਜਿੰਦ ਦਾ ਗੁਰੂ ਜੀ ਨੇ ਇਹ ਪਤਾ ਦਿੱਤਾ ਹੈ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਇਹ ਜੀ ਜੋ ਹੈ ਦਾਨ ਹੈ, ਅਰ ਸਾਡੇ ਸਾਧਨਾ ਨਾਲ, ਸ਼ੁਭ ਕਰਮ ਨਾਲ ਪੈਦਾ ਕੀਤੀ ਨੇਕੀ ਦੇ ਮੁਕਾਬਲੇ ਤੇ ਜਿਉਂਦੀ ਤਾਕਤ ਹੈ। ਉਸ ਦੇ ਸਾਹਮਣੇ ਮੁਰਦਾ ਸ਼ੈ ਹਨ। ਇਸ ਕਰਕੇ ਸਤਿਗੁਰ ਨੇ ਸਾਡੀਆਂ ਨੇਕੀਆਂ, ਜਪਾਂ, ਤਪਾਂ, ਨੇਮਾਂ, ਧਰਮਾਂ, ਸੰਜਮਾਂ, ਖੁਸ਼ੀਆਂ, ਸੁੱਖਾਂ, ਵਡਿਆਈਆਂ, ਅਮੀਰੀਆਂ, ਇੱਜ਼ਤਾਂ ਸਭ ਨੂੰ ਮੁਰਦਾ ਜਾਣ ਕੇ ਜੀਵਨ ਦੀ ਇੱਕ ਨਿਮਖ ਤੋਂ ਸਦਕੇ ਕਰਕੇ ਮਿਟਾ ਦੇਣਾ ਲਿਖਿਆ ਹੈ। ਜਪ ਤਪ ਸੰਜਮ ਹਰਕ ਸੁਖ ਮਾਨ ਮਹਤ ਅਰ ਗਰਭ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦਿਓ ਸਰਬ। ਬੇਸ਼ੱਕ ਅਮੀਰਾਂ ਦੀ ਨਜ਼ਰ ਵਿੱਚ ਹੀਰਾ ਅਮੋਲਕ ਹੈ, ਪਰ ਜਿਸ ਨੂੰ ਜ਼ਿੰਦਗੀ ਦੀ ਕਦਰ ਹੈ, ਜੋ ਮੁਰਦਾ ਖਾਣੀ ਸ੍ਰਿਸ਼ਟੀ ਵਿੱਚ ਜੀਵਨ ਲੱਭਦਾ ਹੈ, ਉਹ ਇੱਕ ਚੰਬੇਲੀ ਦੇ ਫੁੱਲ ਦੇ ਸਾਹਮਣੇ ਹੀਰੇ ਨੂੰ ਠੋਕ ਠੋਕ ਕੇ ਮੁਰਦਾ ਆਖਦਾ ਹੈ। ਹੁਣ ਤੁਸੀਂ ਆਖੋਗੇ ਇਹ ਜੀਵਨ ਕਿੱਥੋਂ ਲੱਭੇ? ਇਸ ਦਾ ਕੋਈ ਸਾਧਨ? ਮੈਂ ਡੰਕੇ ਦੀ ਚੋਟ ਨਾਲ ਆਖਦਾ ਹਾਂ, ਅਸੀਂ ਮੁਰਦੇ ਹਾਂ। ਮੁਰਦਿਆਂ ਦੇ ਸਾਧਨ ਮੁਰਦਿਆਂ ਤੀਕ ਪਹੁੰਚਾ ਸਕਦੇ ਹਾਂ। ਜੀਵਨ ਕਿੱਥੋਂ ਪੈਦਾ ਕਰ ਸਕਦੇ ਹਾਂ? ਤੁਸੀਂ ਦੱਸੋ, ਕਦੇ ਕੋਈ ਅਰੂੜੀ ਦੀ ਮੁੱਠ ਆਪਣੇ ਸਾਧਨ ਨਾਲ ਗੁਲਾਬ ਦਾ ਬੂਟਾ ਬਣ ਗਈ ਹੈ? ਕਦੇ ਕੋਈ ਬਾਂਦਰ ਕਿਸੇ ਸਾਧਨ ਨਾਲ ਆਦਮੀ ਬਣ ਗਿਆ ਹੈ? ਇਸੇ ਤਰ੍ਹਾਂ ਅਸੀਂ ਕਿਸੇ ਸਾਧਨ ਨਾਲ ਜਿਉਂਦੇ ਹੋ ਕੇ ਰੱਬ ਦੀ ਆਤਮ ਸ੍ਰਿਸ਼ਟੀ ਦੇ ਦੇਵਤੇ ਕਿਉਂ ਬਣ ਸਕਦੇ ਹਾਂ? ਜਿਸ ਤਰ੍ਹਾਂ ਕੋਈ ਗੁਲਾਬ ਦਾ ਬੂਟਾ ਅਰੂੜੀ ਨੂੰ ਆਪਣੀਆਂ ਜੜ੍ਹਾਂ ਨਾਲ ਆਪਣੇ ਵਿੱਚ ਖਿੱਚ ਲਵੇ ਤੇ ਜਿਉਂਦੇ ਫੁੱਲ ਬਣਾ ਦੇਵੇ, ਇਸੇ ਤਰ੍ਹਾਂ ਸਦਾ ਜਿਉਂਦੇ, ਸਦਾ ਜਾਗਦੇ ਆਤਮ ਜੀਵਨ ਦਾ ਮਾਲਕ ਵਾਹਿਗੁਰੂ ਜੇ ਸਾਨੂੰ ਆਪਣੇ ਵਿੱਚ ਲੈ ਲਵੇ, ਆਪਣੀ ਜ਼ਿੰਦਗੀ ਬਖਸ਼ ਲਹਿਰੇ ਸਾਡੇ ਵਿੱਚ ਘੱਲੇ, ਤਾਂ ਅਸੀਂ ਜਿਉ ਪਈਏ। ਇਸ ਨੂੰ ਨਦਰ ਆਖਦੇ ਹਨ। ਮੈਂ ਉੱਪਰ ਨਦਰ ਕਰੀ ਫਿਰ ਸਾਚੈ, ਮੈਂ ਛੋੜਿਆੜਾ ਮੇਰਾ ਤੇਰਾ। ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ, ਉਸ ਦੀ ਨਦਰ ਹੈ।
ਜਿਸੇ ਚਾਹੇ ਜਿਵਾ ਲਵੇ। ਹੁਣ ਆਖੀਦਾ ਹੈ ਭਈ ਤਦ ਤਾਂ ਸਾਡੇ ਲਈ ਕੋਈ ਆਸ ਬਾਕੀ ਨਾ ਰਹੀ। ਅਸਾਂ ਵਿੱਚ ਜੀਵਨ ਨਹੀਂ ਹੈ, ਅਸੀਂ ਮੁਰਦੇ ਹਾਂ, ਸਾਡੇ ਸਾਧਨ ਮੁਰਦੇ ਹਨ, ਅਸੀਂ ਕੁਛ ਨਹੀਂ ਕਰ ਸਕਦੇ। ਰੱਬ ਦੀ ਮਿਹਰ ਸਾਡੇ ਵੱਸ ਨਹੀਂ, ਇਸ ਕਰਕੇ ਨਿਰਾਸ਼ ਹੋ ਜਾਈਏ। ਇਹ ਗੱਲ ਨਹੀਂ। ਗੱਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਇਸ ਵਿਉਂਤ ਵਿੱਚ ਰੱਖੀਏ ਕਿ ਸਾਥੋਂ ਉਚੇਰਾ ਮੰਡਲ ਅਰਥਾਤ ਆਤਮ ਜੀਵਨ ਸਾਡੇ ਵਿੱਚ ਫੂਕ ਮਾਰ ਕੇ ਸਾਨੂੰ ਜਿਵਾ ਲੇ, ਅਰ ਅਸਾਂ ਵਿੱਚ ਉਸਦੇ ਲਹਿਰੇ ਆ ਕੇ ਸਾਨੂੰ ਆਤਮ ਜੀਵਨ ਵਿੱਚ ਮੌਲਾਈ ਤੇ ਵਧਾਈ ਜਾਣ। ਤੁਹਾਨੂੰ ਪਤਾ ਹੈ ਕਿ ਇੱਕ ਬੀਜ ਆਪਣੇ ਲਈ ਕੁਝ ਨਹੀਂ ਕਰ ਸਕਦਾ, ਨਿਮਾਣਾ ਹੋ ਕੇ ਧਰਤੀ ਵਿੱਚ ਟਹਿ ਪੈਂਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਉਹ ਧਰਤੀ ਦੀ ਗੋਦ ਵਿੱਚ ਸੜ ਜਾਂਦਾ ਹੈ, ਆਪਾ ਵਾਰ ਦਿੰਦਾ ਹੈ। ਕੋਈ ਸਾਧਨ, ਕੋਈ ਹਿੰਮਤ, ਕੋਈ ਹੁਜਤ, ਕੋਈ ਦਲੀਲ ਨਹੀਂ ਤਾਰਦਾ। ਧਰਤੀ ਆਪ ਤੋਂ ਆਪ ਉਸਨੂੰ ਰਸ ਦਿੰਦੀ ਹੈ। ਜਦ ਧਰਤੀ ਤੋਂ ਬਾਹਰ ਆ ਜਾਂਦਾ ਹੈ ਤਦ ਰੋਸ਼ਨੀ, ਹਵਾ, ਧੁੱਪ ਸਾਰੇ ਉਸਦੇ ਪੱਤਿਆਂ ਦੀ ਪਾਲਣਾ ਕਰਦੇ ਹਨ। ਬੂਟਾ ਆਪ ਤੋਂ ਆਪ ਫਿਰ ਵੱਧਦਾ ਜਾਂਦਾ ਹੈ, ਫੁੱਲ ਪੈਂਦੇ ਹਨ, ਫਲ ਲੱਗਦੇ ਹਨ। ਇਸ ਤਰ੍ਹਾਂ ਇੱਕ ਕਣੀ ਜੀਵਨ ਦੀ ਅੰਦਰ ਆ ਜਾਵੇ ਔਰ ਫਿਰ ਇਹ ਬੰਦਾ ਸਾਧਨ ਵਿੱਚ ਨਾ ਪਵੇ, ਚਤਰਾਈਆਂ ਛੱਡ ਦੇਵੇ, ਆਪਣੀ ਅਕਲ ਨੂੰ ਆਪਣੇ ਵਾਅਦੇ ਦੇ ਫਿਕਰ ਵਿੱਚ ਨਾ ਲਾਵੇ। ਫਿਕਰ ਤੇ ਚਿੰਤਾ ਖੂਹ ਵਿੱਚ ਸੱਟ ਪਾਵੇ, ਸੋਚਾਂ ਛੱਡੇ, ਆਪਣੀਆਂ ਹਾਵਾਂ ਉਗਤੀਆਂ ਜੁਗਤੀਆਂ ਤਿਆਗੇ। ਉਸ ਕਿਣਕੇ ਨੂੰ ਅੰਦਰ ਲੈ ਕੇ ਹਰ ਦਮ ਹਰ ਵੇਲੇ ਮਨ ਨੂੰ ਸ਼ਾਂਤੀ ਵੱਲ ਲਾ ਰੱਖੇ। ਇਹ ਵਹਿਮ ਬਣ ਕੇ, ਇਹ ਨਿਸ਼ਚਾ ਧਾਰ ਕੇ ਕਿ ਸਾਈਂ ਮੇਰਾ ਜੀਵਨ ਦਾਤਾ ਮੇਰੇ ਅੰਦਰ ਹੈ। ਹਾਂਜੀ, ਫਿਰ ਦੁਹਰਾ ਦਈਏ, ਬਹੁਤ ਜ਼ਰੂਰੀ ਨੁਕਤਾ ਹੈ। ਤੁਹਾਨੂੰ ਪਤਾ ਹੈ ਕਿ ਇੱਕ ਬੀਜ ਆਪਣੇ ਲਈ ਕੁਝ ਨਹੀਂ ਕਰ ਸਕਦਾ, ਨਿਮਾਣਾ ਹੋ ਕੇ ਧਰਤੀ ਵਿੱਚ ਟਹਿ ਪੈਂਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਉਹ ਧਰਤੀ ਦੀ ਗੋਦ ਵਿੱਚ ਸੜ ਜਾਂਦਾ ਹੈ, ਆਪਾ ਵਾਰ ਦਿੰਦਾ ਹੈ। ਕੋਈ ਸਾਧਨ, ਕੋਈ ਹਿੰਮਤ, ਕੋਈ ਹੁਜਤ, ਕੋਈ ਦਲੀਲ ਨਹੀਂ ਤਾਰਦਾ। ਧਰਤੀ ਆਪ ਤੋਂ ਆਪ ਉਸਨੂੰ ਰਸ ਦਿੰਦੀ ਹੈ। ਜਦ ਧਰਤੀ ਤੋਂ ਬਾਹਰ ਆ ਜਾਂਦਾ ਹੈ ਤਦ ਰੋਸ਼ਨੀ, ਹਵਾ, ਧੁੱਪ ਸਾਰੇ ਉਸਦੇ ਪੱਤਿਆਂ ਦੀ ਪਾਲਣਾ ਕਰਦੇ ਹਨ। ਬੂਟਾ ਆਪ ਤੋਂ ਆਪ ਫਿਰ ਵੱਧਦਾ ਜਾਂਦਾ ਹੈ, ਫੁੱਲ ਪੈਂਦੇ ਹਨ, ਫਲ ਲੱਗਦੇ ਹਨ। ਇਸੇ ਤਰ੍ਹਾਂ ਇੱਕ ਕਣੀ ਜੀਵਨ ਦੀ ਅੰਦਰ ਆ ਜਾਵੇ ਔਰ ਫਿਰ ਇਹ ਬੰਦਾ ਸਾਧਨ ਵਿੱਚ ਨਾ ਪਵੇ, ਚਤਰਾਈਆਂ ਛੱਡ ਦੇਵੇ, ਆਪਣੀ ਅਕਲ ਨੂੰ ਆਪਣੇ ਵਾਅਦੇ ਦੇ ਫਿਕਰ ਵਿੱਚ ਨਾ ਲਾਵੇ। ਫਿਕਰ ਤੇ ਚਿੰਤਾ ਖੂਹ ਵਿੱਚ ਸੱਟ ਪਾਵੇ, ਸੋਚਾਂ ਛੱਡੇ, ਆਪਣੀਆਂ ਰਾਵਾਂ ਉਗਤੀਆਂ ਜੁਗਤੀਆਂ ਤਿਆਗੇ। ਉਸ ਕਿਣਕੇ ਨੂੰ ਅੰਦਰ ਲੈ ਕੇ ਹਰ ਦਮ ਹਰ ਵੇਲੇ ਮਨ ਨੂੰ ਸ਼ਾਂਤੀ ਵਿੱਚ ਲਾ ਰੱਖੇ। ਇਹ ਵਹਿਮ ਬਣ ਕੇ, ਇਹ ਨਿਸ਼ਚਾ ਧਾਰ ਕੇ ਕਿ ਸਾਈਂ ਮੇਰਾ ਜੀਵਨ ਦਾਤਾ ਮੇਰੇ ਅੰਦਰ ਹੈ। ਉਸ ਦੇ ਅੰਦਰ ਹੋਣ ਦੀ ਹੈ ਦੇ ਖਿਆਲ ਨੂੰ ਦੂਰ ਨਾ ਹੋਣ ਦੇਵੇ। ਇਹ ਖਿਆਲ ਰਹੇ, ਉਸ ਮਾਲਕ ਦਾ ਰਸ ਇਸ ਵਿੱਚ ਆ ਕੇ ਇਸ ਨੂੰ ਪਾਲਦਾ ਹੈ। ਚੰਗੀ ਤਰ੍ਹਾਂ ਸਮਝ ਲੈਣਾ, ਸਾਡਾ ਸਾਧਨ ਸਾਨੂੰ ਆਤਮ ਜੀਵਨ ਵਿੱਚ ਨਹੀਂ ਪਾਲਦਾ। ਸਾਈਂ ਦੀ ਮਿਹਰ ਦਾ ਮੀਂਹ ਜੋ ਹਰ ਵੇਲੇ ਵਸ ਰਿਹਾ ਹੈ, ਉਸ ਦੇ ਅੱਗੇ ਚਿੱਤ ਨੂੰ ਵਿਛਾ ਛੱਡਣਾ, ਉਸ ਅੱਗੇ ਟਿੱਬੇ ਨਾ ਬਣਨਾ, ਫਿਰ ਮੀਂਹ ਸੁੱਕੇ ਟੋਇਆਂ ਨੂੰ ਸੁੱਭਰ ਭਰੇ ਤਲਾਅ ਬਣਾ ਦਿੰਦਾ ਹੈ। ਅਸੀਂ ਆਪ ਨੂੰ ਪਾਲਣ ਦੇ ਸਮਰੱਥ ਨਹੀਂ। ਵਾਹਿਗੁਰੂ ਦਾ ਆਤਮ ਮੰਡਲ ਹਰ ਵੇਲੇ ਪਾਲਣ ਦਾ ਸਮਾਨ ਲੈ ਕੇ ਖੜਾ ਹੈ। ਸਾਡੇ ਮਨ ਦਾ ਰੁਖ ਉਸ ਤੋਂ ਲਾਭ ਲੈਣ ਦੇ ਉਲਟ ਹੋ ਰਿਹਾ ਹੈ। ਜੇਕਰ ਅਸੀਂ ਆਪਣੇ ਮਨ ਦੇ ਰੁਖ ਨੂੰ ਸਾਈਂ ਦੇ ਨਾਲ ਪਿਉਂਦ ਕਰੀਏ ਕਿ ਜਿਕਰ ਅਰੂੜੀ ਦਾ ਢੇਰ ਜੜਾਂ ਦੇ ਨਾਲ ਜਾ ਲੱਗਦਾ ਹੈ, ਫਿਰ ਜੜਾਂ ਵਿੱਚ ਸਮਰੱਥਾ ਹੈ ਕਿ ਉਸ ਨੂੰ ਫੁੱਲ ਬਣਾ ਦੇਣ, ਤਾਂ ਜੀਉ ਪਈਏ। ਮਨ ਦਾ ਰੁਖ ਕੇਵਲ ਇਹ ਗੱਲ ਹੈ। ਹਾਂਜੀ, ਮਨ ਦਾ ਰੁਖ ਕੇਵਲ ਇਹ ਗੱਲ ਹੈ। ਇਹ ਹੈ ਜੋ ਕੁਛ ਹੈ। ਵਾਹਿਗੁਰੂ ਭਰਪੂਰ ਪਿਆਰ ਦਾ ਸੋਮਾ ਮਰਦੇ ਜੀਵਨ ਲਈ, ਹਰ ਮੁਰਦਾ ਰੂਹ ਵਿੱਚ ਜੀਵਨ ਦੀ ਰੌਂ ਚਲਾ ਲੈਣ ਲਈ ਤਿਆਰ ਹੈ। ਆਪਣੇ ਮਨ ਦਾ ਰੁਖ 8 ਪੈਰ ਉਸ ਦੇ ਪਿਆਰ ਹੇਠ ਰੱਖੋ, ਉਸ ਦੀ ਦਾਤ ਪਾਲੇਗੀ। ਮੈਂ ਸਾਧ, ਫਕੀਰ, ਸੰਤ, ਮਹਾਤਮਾ, ਸਾਧਕ, ਜ਼ਾਹਦ ਕੁਛ ਨਹੀਂ, ਕਿਉਂਕਿ ਮੇਰਾ ਭਰੋਸਾ ਆਪਣੀਆਂ ਕੋਸ਼ਿਸ਼ਾਂ ਪਰ ਨਹੀਂ।
मैं नेकी तप साधन धर्म सब ਨੂੰ ਚੰਗਾ ਜਾਣਦਾ ਹਾਂ ਔਰ ਆਤਮ ਰਸੀਆਂ ਵਿੱਚ ਇਹ ਹੋਣੇ ਚਾਹੀਦੇ ਹਨ। ਇਹ ਸਭ ਕੁਝ ਸਾਡੇ ਵਿੱਚ ਹੋਵੇ ਪਰ ਸਾਨੂੰ ਅੰਨ੍ਹਿਆ ਨਾ ਕਰ ਦੇਵੇ ਕਿ ਇਹੋ ਕੁਝ ਹੈ, ਹੋਰ ਨਹੀਂ। ਇਹ ਮੁਰਦਿਆਂ ਦੇ ਦੇਸ਼ ਦਾ ਉੱਚੇ ਤੋਂ ਉੱਚਾ ਮੁਨਾਰਾ ਹੈ ਪਰ ਇਹ ਜੀਉਂਦਾ ਅਰਸ਼ੀ ਸੂਰਜ ਨਹੀਂ ਹੈ। ਇਸ ਲਈ ਮੇਰੇ ਖਿਆਲ ਵਿੱਚ ਇਹ ਯਤਨ ਕਰੋ ਕਿ ਮੇਰੇ ਵਿੱਚ ਜੀਵਨ ਕਣੀ ਆ ਪਵੇ ਤੇ ਫਿਰ ਉਸ ਦੀ ਨਦਰ, ਮਿਹਰ ਤੇ ਪਿਆਰ ਦੀ ਰੌਂ ਹਰ ਵੇਲੇ ਹਰ ਸਵਾਸ ਸੁੱਤੇ ਬੈਠੇ ਜਾਗਦੇ ਮੇਰੇ ਵਿੱਚ ਤੁਣਕੇ ਮਾਰਦੀ ਰਹੇ। ਫਿਰ ਜੀਕੂ ਆਪ ਤੋਂ ਆਪ ਇੱਕ ਕਣੀ ਮਾਤਾ ਦੇ ਉਦਰ ਵਿੱਚ ਇੱਕ ਜਿਉਂਦਾ ਜਾਗਦਾ ਸੁੰਦਰ ਲਾਲ ਤੇ ਅਕਲਾਂ ਵਾਲਾ ਮਨੁੱਖ ਬਣ ਜਾਂਦਾ ਹੈ। ਬੱਚੇ ਦਾ ਕੁਛ ਉਦਮ ਨਹੀਂ, ਕੋਈ ਸਾਧਨ ਨਹੀਂ। ਮਾਤਾ ਦਾ ਖੂਨ ਆਪ ਤੋਂ ਆਪ ਉਸ ਨੂੰ ਪਾਲਦਾ ਹੈ। ਤਿਵੇਂ ਆਤਮ ਕੁੱਖ ਵਿੱਚ ਪੈ ਕੇ ਅਸੀਂ ਉਸ ਪਿਆਰੇ ਦੇ ਆਪਣੇ ਜ਼ਿੰਦਗੀ ਬਖਸ਼ ਲਹਿਰਿਆਂ ਨਾਲ ਪੱਕ ਨਿਕਲੀਏ ਤੇ ਸਦਾ ਦੇ ਜੀਵਨ ਨੂੰ ਪਾ ਕੇ ਜੀਵੇ ਹੋ ਜਾਈਏ। ਕਰੀਏ ਕੇਵਲ ਇਹ, ਜੇ ਹੋ ਸਕੇ ਤਾਂ, ਕਿ ਆਸ ਕਰੀਏ ਮੰਗੀਏ ਪਰ ਕੀਕੂ, ਜੋ ਕਾਲੇ ਹੋ ਕੇ ਨਾ ਮੰਗੀਏ। ਮੰਗੀਏ ਵੀ ਕਾਹਨੂੰ, ਮਨ ਦਾ ਰੁਖ ਮਨ ਦਾ ਝੁਕਾਓ ਉਸ ਪ੍ਰੀਤਮ ਦੇ ਖਿਆਲ ਨਾਲ ਜੋੜ ਛੜੀ। ਉਸ ਦਾ ਆਪਣਾ ਲਹੂ ਸਾਨੂੰ ਪਾਲੇਗਾ। ਹਾਂਜੀ, ਫਿਰ ਦੁਹਰਾ ਦਈਏ। ਇਸ ਲਈ ਮੇਰੇ ਖਿਆਲ ਵਿੱਚ ਇਹ ਯਤਨ ਕਰੋ ਕਿ ਮੇਰੇ ਵਿੱਚ ਜੀਵਨ ਕਣੀ ਆ ਪਾਵੇ ਤੇ ਫਿਰ ਉਸ ਦੀ ਨਦਰ, ਮਿਹਰ ਤੇ ਪਿਆਰ ਦੀ ਰੌਂ ਹਰ ਵੇਲੇ ਹਰ ਸਵਾਸ ਸੁੱਤੇ ਬੈਠੇ ਜਾਗਦੇ ਮੇਰੇ ਵਿੱਚ ਤੁਣਕੇ ਮਾਰਦੀ ਰਹੇ। ਫਿਰ ਜੀਕੂ ਆਪ ਤੋਂ ਆਪ ਇੱਕ ਕਣੀ ਮਾਤਾ ਦੇ ਉਦਰ ਵਿੱਚ ਇੱਕ ਜਿਉਂਦਾ ਜਾਗਦਾ ਸੁੰਦਰ ਲਾਲ ਤੇ ਅਕਲਾਂ ਵਾਲਾ ਮਨੁੱਖ ਬਣ ਜਾਂਦਾ ਹੈ। ਬੱਚੇ ਦਾ ਕੁਛ ਉਦਮ ਨਹੀਂ, ਕੋਈ ਸਾਧਨ ਨਹੀਂ। ਮਾਤਾ ਦਾ ਖੂਨ ਆਪ ਤੋਂ ਆਪ ਉਸ ਨੂੰ ਪਾਲਦਾ ਹੈ। ਤਿਵੇਂ ਆਤਮ ਕੁੱਖ ਵਿੱਚ ਪੈ ਕੇ ਅਸੀਂ ਉਸ ਪਿਆਰੇ ਦੇ ਆਪਣੇ ਜ਼ਿੰਦਗੀ ਬਖਸ਼ ਲਹਿਰਿਆਂ ਨਾਲ ਪੱਕ ਨਿਕਲੀਏ ਤੇ ਸਦਾ ਦੇ ਜੀਵਨ ਨੂੰ ਪਾ ਕੇ ਜੀਵੇ ਹੋ ਜਾਈਏ। ਕਰੀਏ ਕੇਵਲ ਇਹ, ਜੇ ਹੋ ਸਕੇ ਤਾਂ, ਕਿ ਆਸ ਕਰੀਏ ਮੰਗੀਏ ਪਰ ਕੀਕੂ, ਜੋ ਕਾਲੇ ਹੋ ਕੇ ਨਾ ਮੰਗੀਏ। ਮੰਗੀਏ ਵੀ ਕਾਹਨੂੰ, ਮਨ ਦਾ ਰੁਖ ਮਨ ਦਾ ਝੁਕਾਓ ਉਸ ਪ੍ਰੀਤਮ ਦੇ ਖਿਆਲ ਨਾਲ ਜੋੜ ਛੱਡੀਏ। ਉਸ ਦਾ ਆਪਣਾ ਲਹੂ ਸਾਨੂੰ ਪਾਲੇਗਾ। ਉਸ ਦੀ ਆਪਣੀ ਨਿੱਘ ਸਾਨੂੰ ਉਸਾਰੇਗੀ। ਉਸ ਦੀ ਜ਼ਿੰਦਗੀ ਸਾਨੂੰ ਜਿਉਂਦੀ ਕਰੇਗੀ। ਸਤਿਗੁਰ ਦੀ ਮੱਤ ਕੇਵਲ ਮੇਰੇ ਅੰਦਰ ਵਸੇ, ਹੋਏ ਨਿਮਾਣੀ ਢਹਿ ਪਈ, ਮਿਲਿਆ ਸਹਿਜ ਸੁਭਾਏ। ਆਪ ਤਾਂ ਵਾਹਿਗੁਰੂ ਦੇ ਦਰ ਢਹਿ ਪਈਏ ਤੇ ਦ੍ਰਿੜ ਆਸਾਵੰਦ ਰਹੀਏ ਕਿ ਦਾਤਾ ਜਵਾਲੇਗਾ। ਮਨ ਦਾ ਰੁਖ ਕਬੂਲ ਕਰਨ ਵਾਲਾ, ਲੈਣ ਵਾਲਾ, ਮੰਗਤੇ ਵਾਂਗੂ, ਜੋ ਹਰ ਵੇਲੇ ਝੋਲੀ ਅੱਡੀ ਰੱਖਦਾ ਹੈ। ਇਉਂ ਵਾਹਿਗੁਰੂ ਦੇ ਦੁਆਰੇ ਮਨ ਦਾ ਲੈਣ ਵਾਲਾ ਰੁਖ ਬਣਾ ਦੇਈਏ। ਹੋਰ ਸਹਿ ਸਿਆਣਪਾਂ ਛੋੜ ਦੇਈਏ। ਜੇਕਰ ਇਹ ਗੱਲ ਪਸੰਦ ਆਵੇ, ਸੁਭਾਵ ਨਾਲ ਮਿਲੇ ਤਾਂ ਕਰੋ, ਜ਼ਰੂਰ ਕਰੋ। ਜੇ ਮਾੜੀ ਲੱਗੇ ਤਾਂ ਤਿਆਗ। ਮੇਰੀ ਹੱਟ ਵਿੱਚ ਕੋਈ ਸੌਦਾ ਨਹੀਂ, ਇੱਕੋ ਸਖਣੇਪਨ ਦਾ ਵਖਰ ਹੈ। ਦਿਲ ਵਿੱਚ ਮੁਰਦਾਪਨ ਹੈ। ਮੈਂ ਜਾਣ ਲਿਆ ਕਿ ਮੈਂ ਮੁਰਦਾ ਹਾਂ ਔਰ ਮੁਰਦਾ ਆਪ ਨੂੰ ਜਿਵਾਲ ਨਹੀਂ ਸਕਦਾ। ਇਸ ਕਰਕੇ ਮਨ ਨੂੰ ਸਖਣਾ ਕਰੀਏ ਤੇ ਦਾਨਾਈਆਂ ਕੱਢੀਏ ਤੇ ਮਨ ਦਾ ਰੁਖ ਐਸਾ ਬਣਾਓ ਕਿ ਜੀਉਂਦੇ ਦੇ ਦਰ ਤੇ ਢਹਿ ਰਹੇ। ਜਿਸ ਦੀ ਨਜ਼ਰ ਵਿੱਚ ਜੀਵਨ ਹੈ ਕਿ ਜਿਸ ਦੀ ਦ੍ਰਿਸ਼ਟੀ ਵਿੱਚ ਜ਼ਿੰਦਗੀ ਹੈ, ਉਸ ਦੇ ਆਸਵੰਦ बैठे रहिए। कबीर मोह मरने का चाव है, मरो ता हर के द्वार, मत हर पूछे कौन है, परा हमारे बार। कबीर कुछ ना कर सकिया, बाजारां विच निमाणा हो के लम्मा पै रहा। रामानंद जी जिउंदे फकीर दी ठोकर वजी, ਉਹ ਠੋਕਰ ਜਿਉਂਦੀ ਕਣੀ ਉਹਨਾਂ ਦੇ ਅੰਦਰ ਆ ਪਈ। ਕਬੀਰ ਦੇਖੋ ਜੀ ਉਠਿਆ। ਉਸ ਪਿਆਰੇ ਗੁਰੂ ਨਾਨਕ ਦੇ ਰਸਤੇ ਦਿਲ ਵਿਛਾ ਛੱਡੀਏ। ਕੀ ਜਾਣੀਏ ਕਿ ਜਿਉਂਦੇ ਸਤਿਗੁਰੂ ਨਾਨਕ ਜੀ ਦੀ ਠੋਕਰ ਨਾਲ ਜੀਵਨ ਕਣੀ ਆ ਜਾਵੇ। ਇਹ ਗੱਲ ਸਭਨਾਂ ਲਈ ਸਾਂਝੀ ਹੈ, ਪਰ ਇਹ ਨਿਮਾਣਪੁਣੇ ਦਾ ਰਸਤਾ ਹੈ ਤੇ ਪਿੰਗਲਿਆਂ ਤੇ ਅਪਾਹਜਾਂ ਤੇ ਮੁਰਦਿਆਂ ਦਾ ਹੈ, ਜਿਨ੍ਹਾਂ ਵਿੱਚ ਮੇਰੇ ਵਾਂਗੂ ਕੋਈ ਨੇਕੀ ਨਹੀਂ, ਕਿਸੇ ਨੇਕੀ ਦਾ ਬਲ ਨਹੀਂ ਔਰ ਆਪਣੇ ਕਿਸੇ ਧਰਮ ਕਰਮ ਤੇ ਟੇਕ ਨਹੀਂ। ਕਹਿ ਪਿੰਗਲ ਪਰਬਤ ਪਾਰ ਭਵਨ, ਨਹੀਂ ਹੋਤ ਉਆਂ ਉਸ ਗਵਨ।
करतार करना मैं दीन बेनती करे, नानक तुमरी कृपा तरे। मूथियो तख्त पिरी महंजे पातशाह, पाओ मिलावे कोल, कंवल जिवें बिकसाम दो हितकारी वीर सिंह। वाहिगुरु जी का खालसा, वाहिगुरु जी की फतेह।